जोग जुगो जुग अटल तख्त चबर दे मालक गरीब निवाज सतगुरु धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाएमान सतसंगी जनों ਸਾਹਿਬ ਦੇ ਚਰਨਾਂ ਵਿੱਚ ਬੈਠਣ ਦਾ ਸੁਭਾਗ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੋਇਆ। ਲੜੀਵਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਵਿਚਾਰਦਿਆਂ ਕੱਲ ਰੋਜ਼ ਸ਼ਰਵਣ ਕੀਤਾ। सतगुरु सच्चे पातशाह महाराज ने अमृत दी दात दे के अमृत बाणी नाल जोड़ के गुरु के सिखां ते बख्शिशां कीतियां। उसे समय ही अमृत संचार तो बाद आनंदपुर साहिब की धरती ते 1699 ईस्वी दे अखीर ते दसंबर दे महीने जंग हुंदी है। उस जंग विच पैंदे खान ते दीना बेग चढ़ के आए। जरनैल ने पैंदे खां मौत दे घाट उतरदा है। दीना बेग फट्टड़ हो के ते आखिर गुरु ने जंग जित लई वापस परतदा है। अज अगली लड़ी आरंभण तो पहला गुरु बख्शी फतेह बुलाओ। आखो जी वाहिगुरु जी का खालसा वाहिगुरु जी की फतेह। जदों इवें पैंदे खां मरदा है औरंगजेब नूं सुनेहा पहुंचिया। हुण पहला भावें औरंगजेब दखन विच उलझिया होया सी, पर उधरों वेला हो के हुण उहदा ध्यान केवल गुरु गोबिंद सिंह साहिब वाल ही है। औरंगजेब ने एक फेर बदल कीता है अपनी राजनीति च। सब तो जिहड़ा वड्डा फेर बदल कीता है वो ये है भी औरंगजेब ने जिहड़ा पंजाब दा गवर्नर सी वो बदल के हुण एक बहुत सख्त सुभाअ दा मालक जबरदस्त खां जिहदा नाम है, हुण नाम ही वेखो किहो जिहा जबरदस्त खां, इहनूं पंजाब दा गवर्नर थापिया। ये हजे अपने टिकाणे ते औरंगजेब दा घल्लिया हजे पहुंचना ही है। पहाड़ी राजा नूं बड़ी अग लगी जदों ये जंग हारे। पहाड़ियां एक उपराला कर लिया। अजमेर चंद केसरी चंद सारे इन्हां पहाड़ियां ने रल के नाल रंगड़ा ते गुजरां नूं लेके, ये रंगड़ ते गुजर मैं पहला भी अर्ज कीती सी, ये रंगड़ राजपूत ने बाद विच बने हुए। इन्हां दा टिकाणा जां इन्हां दे पिंड आनंदपुर साहिब दे लागे लागे सी, बसनीक सन इत्थों दे। अजमेर चंद पापी ने रंगड़ा नूं नाल लिया, गुजरां नूं नाल लिया ते नाल इन्हें अपने पहाड़ीए राजे लैके 1701 दे अखीर ते फिर इन्हां आके आनंदपुर साहिब ते हमला करदे है। एक गल तुसीं ध्यान विच रखियो भी सतगुरु है ना जिहड़े वो आनंदगढ़ साहिब दे किले विच ने, 6 किले ने, उन्हां विचों आनंदगढ़ दा किला है। सतगुरु दा टिकाणा उत्थे है। इन्हां जदों हमला कीता ते गुरु के सिख उसे वेले सिखां नूं सूह मिली भी ये हमले की तैयारी कर रहे हैं, हमला करनगे। मालवे ते माझे दे सिख शस्त्रधारी सन, तां वो भी उन्हीं पैरी दौड़ के आनंदपुर साहिब पहुंचे ते सतगुरु दे कोल
ਭਾਈ ਉਦੈ ਸਿੰਘ ਵਰਗੇ, ਭਾਈ ਆਲਮ ਸਿੰਘ ਵਰਗੇ, ਭਾਈ ਦਇਆ ਸਿੰਘ ਵਰਗਿਆਂ ਨੇ ਜਦੋਂ ਇਹਨਾਂ ਹਮਲਾ ਕੀਤਾ, ਗੁੱਜਰਾਂ ਰੰਗੜਾਂ ਤੇ ਪਹਾੜੀਆਂ ਨੇ ਰਲ ਕੇ ਤੇ ਇੱਕ ਜੰਗ ਹੋਈ। ਜੰਗ ਵਿੱਚ ਇਹਨਾਂ ਨੂੰ ਬਹੁਤੀ ਮਾਰ ਮਾਰੀ, ਆਖਰ ਇਹਨਾਂ ਆਪਣੇ ਕਦਮ ਪਿਛਾਂਹ ਕਰ ਲਏ। ਹੁਣ ਅਜਮੇਰ ਚੰਦ ਨੇ ਸੋਚਿਆ ਵੀ ਇਵੇਂ ਕੰਮ ਮੁਸ਼ਕਲ ਹੈ। ਕੇਸਰੀ ਚੰਦ ਇੱਕ ਬਾਦਸ਼ਾਹ ਹੈ, ਬਹੁਤ ਨੁਕਸਾਨ ਹੋ ਗਿਆ ਸੀ ਤੇ ਇਹਨਾਂ ਸਲਾਹ ਕੀਤੀ ਵੀ ਨਿਤ ਇਵੇਂ ਆਪਣੇ ਫੌਜ ਮਰਵਾਉਣ ਦੀ ਬਜਾਏ, ਸਿਪਾਹੀ ਮਰਵਾਉਣ ਦੀ ਬਜਾਏ, ਕੇਸਰੀ ਚੰਦ ਵਰਗਿਆਂ ਨੇ ਸਲਾਹ ਕਰਕੇ ਇੱਕ ਨਵਾਂ ਉਪਰਾਲਾ ਕੀਤਾ ਹੈ। ਕਿਵੇਂ ਗੁਰੂ ਗੋਬਿੰਦ ਸਿੰਘ ਤੇ ਅਸੀਂ ਕਾਬੂ ਪਾ ਸਕਨੇ ਹੈ। ਉਹ ਉਪਰਾਲਾ ਇਹਨਾਂ 1702 ਵਿੱਚ ਕੀਤਾ ਹੈ। ਉਹ ਇਹ ਕੀਤਾ ਹੈ, ਇਹਨਾਂ ਇੱਕ ਬਹੁਤ ਬਲਵਾਨ ਹਾਥੀ ਲਿਆਂਦਾ ਤੇ ਖਿਆਲ ਕਰਕੇ ਵੀ ਕੱਲ ਹਾਥੀ ਨੂੰ ਸ਼ਰਾਬ ਪਿਆ ਕੇ, ਹੁਣ ਜਾਨਵਰ ਹੈ, ਹਾਥੀ ਤੇ ਜਾਨਵਰ ਹੈ ਵਿਚਾਰਾ, ਤੇ ਬਿਲਕੁਲ ਨਸ਼ੇ ਵਿੱਚ ਮਦਹੋਸ਼ ਕਰਕੇ ਇਸ ਮਸਤ ਹਾਥੀ ਦੇ ਮੱਥੇ ਤੇ ਜਾਂ ਸਰੀਰ ਆਦਿਕ ਤੇ ਲੋਹੇ ਦੇ ਤਵੇ ਬੰਨ ਕੇ ਤੇ ਇਹਨੂੰ ਅੱਗੇ ਲਾ ਕੇ ਪਿੱਛੇ ਫੌਜ ਲਾ ਕੇ ਤੁਰਾਂਗੇ ਤੇ ਜਿਹੜਾ ਆਨੰਦਗੜ੍ਹ ਕਿਲਾ ਹੈ, ਇਹਦਾ ਜਿਹੜਾ ਮੇਨ ਦਰਵਾਜ਼ਾ ਹੈ, ਹਾਥੀ ਕਿਲੇ ਦੇ ਦਰਵਾਜ਼ੇ ਵਿੱਚ ਜਾ ਕੇ ਟੱਕਰ ਮਾਰੇਗਾ, ਕਿਲੇ ਦਾ ਦਰਵਾਜ਼ਾ ਟੁੱਟ ਜਾਣਾ ਤੇ ਆਪਾਂ ਫੌਜ ਬਹੁਤੀ ਕਾਹਲੀ ਨਾਲ ਅੰਦਰ ਵਾੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹਮਲਾ ਕਰ ਦਿਆਂਗੇ। ਬਿਉਂਤਬੰਦੀ ਇਹਨਾਂ ਕੱਢ ਲਈ। ਇਵੇਂ ਬਿਉਂਤ ਬਣਾ ਕੇ ਦੂਜਾ ਦਿਨ ਚੜਿਆ, ਇਧਰ ਇਹ ਹਾਥੀ ਨੂੰ ਤਿਆਰ ਕਰਦੇ ਐ, ਉਧਰ ਗੁਰੂ ਕਲਗੀਧਰ ਜੀ ਨੂੰ ਸੂਹ ਮਿਲ ਗਈ। ਖਬਰੀ ਸਿੱਖ ਤੇ ਹੁੰਦੇ ਸਨ ਵਿੱਚੋਂ, ਜਿਨ੍ਹਾਂ ਦਾ ਖਿਆਲ ਸੀ, ਜਿਨ੍ਹਾਂ ਦੀ ਸੇਵਾ ਸੀ ਵੀ ਤੁਸੀਂ ਖਿਆਲ ਰੱਖਣਾ। ਸਤਿਗੁਰੂ ਨੂੰ ਜਦੋਂ ਆ ਕੇ ਸਿੱਖਾਂ ਦੱਸਿਆ ਵੀ ਮਹਾਰਾਜ ਕੱਲ ਇਹ ਪਾਪੀ ਲੋਕ ਕਮਾ ਤੇ ਪਾਪ ਹੀ ਰਿਹਾ ਵੀ ਇੱਕ ਜਾਨਵਰ ਨੂੰ ਨਸ਼ੇ ਵਿੱਚ ਚੂਰ ਕਰਕੇ ਇਵੇਂ ਕਿਲੇ ਦਾ ਦਰਵਾਜ਼ਾ ਤੋੜਨ ਦੀਆਂ ਸਲਾਹਾਂ ਕਰਦੇ ਐ ਤੇ ਆਪਾਂ ਨੂੰ ਵੀ ਕੋਈ ਬੰਦੋਬਸਤ ਕਰ ਲੈਣਾ ਚਾਹੀਦਾ। ਸਤਿਗੁਰੂ ਗੁਰੂ ਕਲਗੀਧਰ ਜੀ ਕਹਿਣ ਲੱਗੇ ਫਿਰ ਕੀ ਹੋਇਆ, ਜੇ ਇਹ ਹਾਥੀ ਲੈ ਕੇ ਆਉਣਗੇ ਤੇ ਆਪਾਂ ਵੀ ਹਾਥੀ ਦਾ ਮੁਕਾਬਲਾ ਹਾਥੀ ਨਾਲ ਹੀ ਕਰਨਾ ਹੈ। ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਆਪਣੇ ਕੋਲ ਕਿਹੜਾ ਹਾਥੀ ਹੈ। ਹਜੂਰ ਬੈਠੇ ਸਨ ਸਿੱਖ, ਇੱਕ ਬਹੁਤ ਉੱਚੇ ਲੰਮੇ ਕੱਦ ਦਾ, ਬਹੁਤੀ ਖੁਰਾਕ ਦਾ ਮਾਲਕ ਸੀ ਇੱਕ ਸਿੱਖ ਜਿਹਦਾ ਨਾਮ ਸੀ ਭਾਈ ਦੁਨੀ ਚੰਦ। ਮਹਾਰਾਜ ਨੇ ਦੁਨੀ ਚੰਦ ਵੱਲ ਇਸ਼ਾਰਾ ਕਰਕੇ ਆਖਿਆ, ਕਹਿਣ ਲੱਗੇ ਜੇ ਉਹ ਹਾਥੀ ਲਿਆਉਣਗੇ, ਆ ਸਾਡਾ ਸਿੱਖ ਹੈ ਜਿਹੜਾ ਇਹ ਵੀ ਹਾਥੀ ਵਾਂਗ ਹੀ ਬਲਵਾਨ ਹੈ, ਇਹ ਮੁਕਾਬਲਾ ਕਰੇਗਾ। ਹੁਣ ਦੁਨੀ ਚੰਦ ਨੂੰ ਜਦੋਂ ਪਤਾ ਲੱਗਿਆ ਵੀ ਕੱਲ ਹਾਥੀ ਦਾ ਮੁਕਾਬਲਾ ਕਰਨਾ, ਉੱਥੇ ਤੇ ਕੁਝ ਨਾ ਬੋਲਿਆ ਤੇ ਮਨ ਵਿੱਚ ਹੀ ਸਲਾਹ ਬਣਾ ਲਈ ਵੀ ਇਵੇਂ ਸਤਿਗੁਰੂ ਅਨਿਆਈ ਮੌਤ ਮਰਵਾਉਣਗੇ। ਇਹ ਤੇ ਕੋਈ ਗੱਲ ਨਾ ਹੋਈ ਵੀ ਇੱਕ ਹਾਥੀ ਦਾ ਮੁਕਾਬਲਾ ਮੈਂ ਇਕੱਲਾ ਕਿਵੇਂ ਕਰਾਂਗਾ। ਤੇ ਮਨ ਵਿੱਚ ਸਲਾਹ ਬਣਾ ਕੇ ਵੀ ਜੇ ਖੁਰਾਕ ਵੱਧ ਹੈ, ਇਹਦਾ ਮਤਲਬ ਇਹ ਤਾਂ ਨਹੀਂ ਵੀ ਹਾਥੀ ਨਾਲ ਟੱਕਰ ਲੈਣੀ ਹੈ। ਤੇ ਇਵੇਂ ਫੁਰਨਾ ਬਣਾ ਕੇ ਦੁਨੀ ਚੰਦ ਨੇ ਵੀ ਮਰਨ ਦੀ ਬਜਾਏ ਚੰਗਾ ਭੱਜ ਚੱਲੀਏ, ਨਹੀਂ ਤਾਂ ਕੱਲ ਦਿਨ ਚੜ੍ਹਦਿਆਂ ਹਾਥੀ ਨੇ ਤੇ ਮਾਰੀ ਦੇਣੇ। ਹੁਣ ਰਾਤ ਪਈ ਤੇ ਅੱਜ ਦੁਨੀ ਚੰਦ ਨੂੰ ਨੀਂਦ ਨਹੀਂ ਆਉਂਦੀ। ਇਹਨੇ ਕਈਆਂ ਨਾਲ ਸਲਾਹਾਂ ਕੀਤੀਆਂ ਵੀ ਸਜਣੋ ਅੱਜ ਮੇਰੀ ਵਾਰੀ ਹੈ, ਕੱਲ ਤੁਹਾਡੀ ਵੀ ਆ ਜਾਏਗੀ, ਗੁਰੂ ਦਾ ਕੋਈ ਪਤਾ ਨਹੀਂ ਹੈ। ਇਹ ਨਾ ਸੋਚੋ ਵੀ ਅੱਜ ਦੁਨੀ ਚੰਦ ਇਕੱਲੇ ਹੀ ਫਸਿਆ, ਇਦੋਂ ਚੰਗਾ ਮਰਨ ਦੀ ਬਜਾਏ ਭੱਜ ਚੱਲੀਏ।
ਇਨਾ ਡਰਿਆ ਹੋਇਆ ਤੇ ਨਾਲ ਕੁਝ ਹੋਰ ਵੀ ਕਾਇਰ ਬਿਰਤੀ ਦਿਆਂ ਨੂੰ ਲੈ ਕੇ ਦੁਨੀ ਚੰਦ ਰਾਤ ਨੂੰ ਆਨੰਦਗੜ੍ਹ ਸਾਹਿਬ ਦੇ ਕਿਲੇ ਤੋਂ ਥੱਲੇ ਰੱਸਾ ਲਮਕਾ ਕੇ ਬੰਨ ਕੇ ਜਿਵੇਂ ਕਿਵੇਂ ਪ੍ਰਬੰਧ ਕਰਕੇ ਤੇ ਕਾਇਰ ਬਿਰਤੀ ਦਾ ਮਾਲਕ ਪਹਿਲਾਂ ਆਪਣੇ ਸਾਥੀਆਂ ਨੂੰ ਉਤਾਰਦਾ ਤੇ ਜਦੋਂ ਆਪ ਉਤਰਨ ਲੱਗਿਆ ਕਿਲੇ ਤੋਂ ਉਤਰ ਕੇ, ਕਿਲਾ ਬਹੁਤ ਉਚਾਈ ਤੇ ਸੀ ਤੇ ਭੱਜਣਾ ਚਾਹੁੰਦਾ ਤੇ ਉਤਰਨ ਲੱਗਿਆ, ਉਹ ਰੱਸਾ ਟੁੱਟ ਗਿਆ, ਥੱਲੇ ਡਿੱਗਦੇ ਦੀ ਲੱਤ ਟੁੱਟ ਗਈ। ਪਰ ਨਾਲ ਦੇ ਸਾਥੀ ਜਿਵੇਂ ਕਿਵੇਂ ਕਰਕੇ ਇਹਨੂੰ ਚੁੱਕ ਕੇ ਉੱਥੋਂ ਲਿਜਾ ਕੇ ਦੂਰ, ਆਖਰ ਇਹ ਵਾਪਸ ਭੱਜ ਕੇ ਘਰ ਨੂੰ ਆ ਗਏ। ਤੁਹਾਨੂੰ ਪਤਾ ਵੀ ਮੈਂ ਬੇਨਤੀ ਕਹੀ ਚੱਲਦਿਆਂ, ਦੁਨੀ ਚੰਦ ਨੂੰ ਬਹੁਤ ਫਿੱਟ ਲਾਹਨਤਾਂ ਮਿਲੀਆਂ ਘਰ ਵਿੱਚੋਂ। ਫਿਰ ਇਹਦੀ ਦੋ ਪੋਤਰੇ ਨੇ, ਅਗਾਂਹ ਜਾ ਕੇ ਮੈਂ ਬੇਨਤੀ ਕਰਾਂਗਾ, ਇਹ ਚੇਤਾ ਜ਼ਰੂਰ ਰੱਖਿਓ, ਇੱਕ ਸਰੂਪ ਸਿੰਘ ਤੇ ਇੱਕ ਅਨੂਪ ਸਿੰਘ। ਇਹ ਗੁਰੂ ਚਰਨਾਂ ਵਿੱਚ ਆਏ ਸਨ। ਇਹਨਾਂ ਆਖਿਆ ਸੀ, ਮਹਾਰਾਜ ਅਸੀਂ ਸਾਡੇ ਦਾਦੇ ਦੀ ਮੱਥੇ ਤੇ ਲਾਇਆ ਹੋਇਆ ਕਲੰਕ ਧੋਣ ਆਏ ਆ, ਗੁਰੂ ਚਰਨਾਂ ਵਿੱਚ ਰਹੇ। ਫਿਰ ਇਹ ਨਿਰਮੋਹਗੜ੍ਹ ਦੀ ਜੰਗ ਵਿੱਚ ਦੋਨੋਂ ਭਰਾ ਸ਼ਹੀਦ ਹੁੰਦੇ ਨੇ, ਅਨੂਪ ਸਿੰਘ ਤੇ ਸਰੂਪ ਸਿੰਘ, ਦੁਨੀ ਚੰਦ ਦੇ ਪੋਤਰੇ ਨੇ। ਹਾਲਾਂਕਿ ਯਾਦ ਰੱਖਿਓ, ਦੁਨੀ ਚੰਦ ਦਾ ਵਡੇਰਾ ਭਾਈ ਸਾਲੋ ਹੈ, ਜਿਹੜਾ ਗੁਰੂ ਘਰ ਦਾ ਸ਼ਰਧਾਲੂ ਰਿਹਾ। ਭਾਈ ਸਾਲੋ ਦੀ ਅੰਸ਼ ਵਿੱਚੋਂ ਨੇ। ਮੈਂ ਬੇਨਤੀ ਕਹਿਣ ਲੱਗਿਆ ਸਾਂ ਵੀ ਇੱਥੇ ਸਵੇਰ ਹੋਈ ਤੇ ਪਤਾ ਲੱਗਿਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਵੀ ਦੁਨੀ ਚੰਦ ਭੱਜ ਗਿਆ। ਮਹਾਰਾਜ ਨੇ ਇੱਕ ਬਚਨੀ ਆਖਿਆ ਸੀ, ਸਹਿਜ ਸੁਭਾ ਕਹਿਣ ਲੱਗੇ, ਦੁਨੀ ਚੰਦ ਮੌਤ ਤੋਂ ਡਰਦਾ ਭੱਜ ਗਿਆ। ਮੌਤ ਤੇ ਹਰ ਕਦਮ ਤੇ ਖਲੋਤੀ ਹੈ। ਚੰਗਾ ਹੁੰਦਾ ਜੇ ਕੋਈ ਬੰਦਾ ਧਰਮ ਦੇ ਲੇਖੇ ਲਾ ਕੇ ਆਪਣਾ ਜੀਵਨ ਕੁਰਬਾਨ ਕਰ ਦੇ। ਇਹੀ ਦੁਨੀ ਚੰਦ ਦੀ ਇਤਿਹਾਸ ਕਹਿੰਦੇ, ਸੱਪ ਲੜਨ ਤੇ ਮੌਤ ਹੋ ਗਈ ਸੀ, ਗੁਰੂ ਤੋਂ ਬੇਮੁਖ ਹੋਇਆ ਸੀ। ਇਧਰ ਸਿੱਖਾਂ ਆਖਿਆ, ਮਹਾਰਾਜ ਵੀ ਪਹਾੜੀਆਂ ਦੀ ਤੇ ਤਿਆਰੀ ਹੈ। ਉਹਨਾਂ ਹਾਥੀ ਨੂੰ ਤਵੀਆਂ ਲੋਹੇ ਦੀਆਂ ਬੰਨ੍ਹਤੀਆਂ, ਸ਼ਰਾਬ ਬੇਹਿਸਾਬ ਪਿਆ ਦਿੱਤੀ, ਅੱਗੇ ਲਾ ਕੇ ਲੈ ਕੇ ਆਉਣਗੇ ਤੇ ਹੁਣ ਮੁਕਾਬਲਾ ਕੌਣ ਕਰੇਗਾ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਛੋਟੇ ਜਿਹੇ ਕੱਦ ਦਾ ਗੁਰੂ ਕਾ ਸਿੱਖ ਹੈ, ਕੱਦ ਬਹੁਤਾ ਨਹੀਂ, ਭਾਈ ਮਣੀ ਸਿੰਘ ਦਾ ਸੁਪੁੱਤਰ ਹੈ, ਭਾਈ ਬਚਿੱਤਰ ਸਿੰਘ। ਭਾਈ ਬਚਿੱਤਰ ਸਿੰਘ ਵੱਲ ਇਸ਼ਾਰਾ ਕੀਤਾ, ਕਹਿਣ ਲੱਗੇ, ਆ ਮੇਰਾ ਗੁਰੂ ਕਾ ਸਿੱਖ ਇਕੱਲਾ ਹੀ ਹਾਥੀ ਦਾ ਮੁਕਾਬਲਾ ਕਰੇਗਾ। ਭਾਈ ਬਚਿੱਤਰ ਸਿੰਘ ਨੇ ਹੱਥ ਜੋੜ ਸਤਿਗੁਰੂ ਦੇ ਕੋਲ ਆ ਕੇ ਚਰਨਾਂ ਤੇ ਨਮਸਕਾਰ ਕੀਤੀ ਤੇ ਇੱਕ ਬੇਨਤੀ ਆਖੀ। ਕਹਿਣ ਲੱਗੇ, ਸਤਿਗੁਰੂ ਤੁਹਾਡੀ ਬਖਸ਼ਿਸ਼ ਦਾ ਥਾਪੜਾ ਚਾਹੀਦਾ, ਕੋਈ ਗੱਲ ਨਹੀਂ, ਹਾਥੀ ਦਾ ਮੁਕਾਬਲਾ ਤੁਹਾਡੀ ਕਿਰਪਾ ਨਾਲ ਮੈਂ ਕਰਾਂਗਾ। ਬਖਸ਼ਿਸ਼ਾਂ ਸਾਹਿਬ ਨੇ ਕੀਤੀਆਂ ਨੂੰ ਥਾਪੜਾ ਦਿੱਤਾ। ਮੈਂ ਕਈ ਵਾਰੀ ਇੱਕ ਬੇਨਤੀ ਆਖਣਾ, ਸਰੀਰ ਕਈ ਵਾਰੀ ਬਲਵਾਨ ਹੋਵੇ ਪਰ ਅੰਦਰ ਦਾ ਹੌਸਲਾ ਨਾ ਪਏ, ਬੰਦਾ ਕਾਇਰ ਹੋ ਜਾਂਦਾ ਹੈ। ਅੰਦਰ ਬਹਾਦਰੀ ਹੋਵੇ, ਬਾਹਰੋਂ ਸਰੀਰ ਭਾਵੇਂ ਇੰਨਾ ਬਲਵਾਨ ਨਾ ਹੋਵੇ, ਕਮਜ਼ੋਰ ਹੀ ਹੋਵੇ, ਤਾਂ ਵੀ ਅਕਸਰ ਕਈ ਵਾਰੀ ਬਹਾਦਰ ਲੋਕ ਮੁਕਾਬਲਾ ਕਰਦੇ ਆ। ਗਦਾਰਾਂ ਦੀ ਗੱਲ ਹਰ ਧਰਮ ਦੇ ਵਿੱਚ, ਹਰ ਕੌਮ ਅੰਦਰ ਹੈ। ਗੱਲ ਵੱਖਰੀ ਹੈ ਵੀ ਕੁਝ ਕੌਮ ਵਿੱਚ ਵਫਾਦਾਰ ਹੁੰਦੇ ਐ, ਕੁਝ ਲੋਕ ਗਦਾਰ ਹੁੰਦੇ ਐ। ਹਰ ਕੌਮ ਵਿੱਚ ਅਜਿਹੇ ਲੋਕ ਨੇ। ਹਾਂ, ਇਹ ਗੱਲ ਵੱਖਰੀ ਵੀ ਕੁਝ ਲੋਕ ਵਫਾਦਾਰ ਵੱਧ ਹੁੰਦੇ ਐ ਕੌਮ ਵਿੱਚ, ਗਦਾਰ ਕੋਈ ਟਾਵਾਂ ਹੁੰਦਾ ਹੈ। ਹੁਣ ਇੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਰਹਿਮਤ ਵਰਤਾਈ, ਬਖਸ਼ਿਸ਼ ਕੀਤੀ ਬਚਿੱਤਰ ਸਿੰਘ ਤੇ, ਸਵੇਰ ਹੁੰਦਿਆਂ ਆਨੰਦਗੜ੍ਹ
ਕਿਲੇ ਦਾ ਦਰਵਾਜ਼ਾ ਤੋੜਨ ਦੇ ਲਈ ਪਹਾੜੀਏ ਹਾਥੀ ਨੂੰ ਸ਼ਰਾਬ ਪਿਆ ਕੇ ਲੈ ਕੇ ਆਉਂਦੇ ਐ। ਗੁਰੂ ਕਲਗੀਧਰ ਜੀ ਦਾ ਸਿੱਖ ਘੋੜੇ ਤੇ ਅਸਵਾਰ ਹੋਇਆ ਤੇ ਘੋੜਾ ਦੁੜਾ ਕੇ ਦਰਵਾਜ਼ੇ ਦੇ ਬਾਹਰ ਨਿਕਲਿਆ। ਸਾਹਮਣੇ ਹਾਥੀ ਆ ਰਿਹਾ ਹੈ। ਭਾਈ ਬਚਿੱਤਰ ਸਿੰਘ ਨੇ ਰਕਾਬਾਂ, ਜਿਹੜੀ ਘੋੜੀ ਦੀਆਂ ਰਕਾਬਾਂ ਉਹਨਾਂ ਵਿੱਚ ਪੈਰ ਪਾ ਕੇ ਘੋੜੇ ਉੱਪਰ ਖਲੋ ਗਿਆ। ਸਾਰਾ ਭਾਰ ਰਕਾਬਾਂ ਤੇ ਪਾ ਕੇ ਇੱਕ ਬਰਛਾ ਉਸ ਲਾਗੇ ਜਦੋਂ ਹਾਥੀ ਆ ਗਿਆ, ਇੱਕ ਬਰਛਾ ਉਹਦੇ ਮੱਥੇ ਵਿੱਚ ਮਾਰਿਆ। ਇੰਨੀ ਜ਼ੋਰ ਦੀ ਗੁਰੂ ਕਾ ਨਾਮ ਲੈ ਕੇ ਮਾਰਿਆ, ਉਹ ਜਿਹੜਾ ਬਰਛਾ ਸੀ, ਜਿਹੜੀ ਨਾਗਨੀ ਸੀ, ਉਹ ਇਹਦੇ ਮੱਥੇ ਤੇ ਤਵੀਆਂ ਨੂੰ ਪਾੜ ਕੇ ਹਾਥੀ ਦੇ ਮੱਥੇ ਵਿੱਚ ਜਾ ਲੱਗੀ। ਹਾਥੀ ਦਰਦ ਨਾਲ ਚੰਗਿਆੜਾ ਮਾਰਦਾ ਵਾਪਸ ਮੁੜਿਆ। ਹੁਣ ਉਹ ਪਹਾੜੀਆਂ ਦੀ ਫੌਜ ਨੂੰ ਲਤਾੜ ਰਿਹਾ। ਹੁਣ ਹਾਥੀ ਨੂੰ ਕਿਹੜਾ ਪਛਾਣ ਹੈ ਵੀ ਆਹ ਸਿੱਖ ਹੈ ਤੇ ਆਹ ਪਹਾੜੀ ਹੈ, ਉਹ ਤੇ ਜਾਨਵਰ ਹੈ। ਉਹ ਪਹਾੜੀਆਂ ਦੀ ਫੌਜ ਨੂੰ ਲਤਾੜ ਰਿਹਾ ਹੈ। ਬਹੁਤਾ ਨੁਕਸਾਨ ਉਧਰੋਂ ਗੁਰੂ ਕੇ ਸਿੱਖਾਂ ਵੀ ਨਾਲ ਨਾਲ ਹਮਲਾ ਕਰ ਦਿੱਤਾ। ਆਖਰ ਬਹੁਤੀ ਫੌਜ ਸਿਪਾਹੀ ਮਾਰੇ ਗਏ। ਪਹਾੜੀਆਂ ਦਾ ਬਹੁਤਾ ਨੁਕਸਾਨ ਹੋ ਗਿਆ। ਮੂੰਹ ਦੀ ਖਾ ਕੇ ਫਿਰ ਆਖਰ ਵਾਪਸ ਮੁੜ ਕੇ ਬਹੁਤ ਪਛਤਾਉਂਦੇ ਆ ਪਹਾੜੀਏ। ਅਜਮੇਰ ਚੰਦ ਵਰਗਿਆਂ ਨੇ ਸੋਚਿਆ ਅਸੀਂ ਜਿੰਨੇ ਵਾਰ ਹਮਲਾ ਕਰਦੇ ਆਂ, ਹਰ ਵਾਰੀ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ। ਕਿੰਨਾ ਚੰਗਾ ਹੋਵੇ ਇੰਨਾ ਨੁਕਸਾਨ ਹੋ ਗਿਆ ਵੀ ਹੁਣ ਹਮਲਾ ਕਰਨ ਦੀ ਬਜਾਏ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਈਏ। ਹੁਣ ਇਹਨਾਂ ਇਹ ਵਿਉਂਤਬੰਦੀ ਕਰਕੇ ਵਜ਼ੀਰ ਖਾਨ ਦੀ ਸਹਾਇਤਾ ਲਈ ਸਰਹੰਦ ਦੇ ਨਵਾਬ ਦੀ, ਔਰੰਗਜ਼ੇਬ ਨੇ ਉਹਨੂੰ ਕਿਹਾ ਹੋਇਆ ਸੀ ਵੀ ਤੂੰ ਮਦਦ ਕਰ। ਹੁਣ ਇਹਨਾਂ ਹਮਲਾ ਨਹੀਂ ਕੀਤਾ, ਇਹਨਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਨਾ ਆਨੰਦਪੁਰ ਸਾਹਿਬ ਦੇ ਅੰਦਰ ਕੋਈ ਰਸਦ ਪਾਣੀ ਜਾਣ ਦਿੰਦੇ ਐ, ਨਾ ਅੰਦਰੋਂ ਕੁਝ ਬਾਹਰ ਆਉਣ ਦਿੰਦੇ ਐ, ਨਾ ਬਾਹਰੋਂ ਅੰਦਰ ਜਾਣ ਦਿੰਦੇ। ਇਹ ਘੇਰਾ 2 ਮਹੀਨਿਆਂ ਦਾ ਹੈ। ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਹਿ ਦਿਆਂ, ਜਿੰਨਾ ਸਮਾਂ ਅਸੀਂ ਇਤਿਹਾਸ ਚੰਗੀ ਤਰ੍ਹਾਂ ਲੜੀਵਾਰ ਨਹੀਂ ਵਿਚਾਰਦੇ, ਬਹੁਤ ਕੁਝ ਛੁਪੇ ਰਹਿ ਜਾਂਦਾ, ਨਹੀਂ ਵਿਚਾਰਿਆ ਜਾਂਦਾ। ਕਿਉਂਕਿ ਕਦੇ ਕਦਾਈ ਜਦੋਂ ਅਸੀਂ ਗੁਰੂ ਕਾ ਦਿਹਾੜਾ ਮਨਾਉਣੇ ਆ ਤੇ ਘੰਟੇ 2 ਘੰਟੇ ਵਿੱਚ ਤੇ ਕੁਦਰਤੀ ਗੱਲ ਹੈ ਵੀ ਥੋੜੀਆਂ ਥੋੜੀਆਂ ਵਿੱਚੋਂ ਗਥਾਵਾਂ ਲੈ ਕੇ ਅਸੀਂ ਗੁਰੂ ਨੂੰ ਚੇਤੇ ਕਰਦੇ ਹਾਂ। ਅਸੀਂ ਕਹਿ ਦਿੰਨੇ ਆ ਗੱਲ ਵੀ ਘੇਰਾ 7 ਮਹੀਨਿਆਂ ਦਾ ਪਾਈ ਰੱਖਿਆ। ਹਾਲਾਂਕਿ ਆ ਗੱਲ ਚੇਤਾ ਰੱਖਿਓ ਜਿਹੜੇ ਇਤਿਹਾਸ ਬਾਣੀ ਨੂੰ ਸੁਣਨ ਵਾਲੇ ਹੈ, ਘੇਰਾ ਆਨੰਦਪੁਰ ਸਾਹਿਬ ਨੂੰ ਇੱਕ ਵਾਰੀ ਨਹੀਂ ਪਾਇਆ, ਘੇਰਾ 2 ਵਾਰੀ ਪਾਇਆ। ਪਹਿਲਾਂ ਜਿਹੜਾ ਘੇਰਾ ਹੁਣ ਪਾਉਣ ਲੱਗੇ ਐ, ਇਹ ਘੇਰਾ 2 ਮਹੀਨਿਆਂ ਦਾ ਹੈ। ਇਹ ਤੁਸੀਂ ਅੱਜ ਤੱਕ ਮੇਰਾ ਖਿਆਲ ਨਹੀਂ ਸੁਣਿਆ ਹੋਵੇਗਾ, ਪਰ ਸੱਚ ਇਹ ਹੈ। ਕਿਉਂਕਿ ਇਹਨੂੰ ਅਸੀਂ ਲੜੀਵਾਰ ਜਿੰਨਾ ਸਮਾਂ ਇਤਿਹਾਸ ਦੇ ਪੰਨੇ ਨਹੀਂ ਫੋਲਦੇ, ਵਿਚਾਰਦੇ, ਨਹੀਂ ਪਤਾ ਲੱਗਦਾ। ਪਹਿਲਾਂ ਜਿਹੜਾ ਹੁਣ ਘੇਰਾ ਪਾਉਣ ਲੱਗੇ ਐ, ਇਹ ਘੇਰਾ ਇਹਨਾਂ 2 ਮਹੀਨੇ ਪਾਇਆ। ਬਹੁਤੀ ਫੌਜ ਹੈ ਜਿਹੜੀ ਸਿਪਾਹੀ ਪਹਾੜੀਆਂ ਨੇ। ਹੁਣ ਇੱਥੇ ਘੇਰਾ 2 ਮਹੀਨੇ ਪਾਈ ਰੱਖਿਆ। ਨਾ ਰਸਦ ਪਾਣੀ ਅੰਦਰ ਜਾਣ ਦਿੰਦੇ ਐ, ਨਾ ਬਾਹਰ ਆਉਣ ਦਿੰਦੇ ਐ ਕਿਸੇ ਨੂੰ। ਪਰ ਅੰਦਰੋਂ ਫਿਰ ਵੀ ਜਦੋਂ ਚੜ੍ਹਦੀ ਕਲਾ ਦੇ ਜੈਕਾਰੇ, ਅੰਦਰੋਂ ਗੁਰਬਾਣੀ ਦੇ ਸ਼ਬਦ ਦੀ ਆਵਾਜ਼ ਸੁਣ ਕੇ ਤੇ ਪਹਾੜੀਆਂ ਨੇ ਸੋਚਿਆ ਵੀ ਇਵੇਂ ਤੇ ਗੱਲ ਨਹੀਂ ਬਣਨੀ। ਕਿੰਨਾ ਸਮਾਂ ਘੇਰਾ ਪਾ ਕੇ ਬੈਠੇ ਰਹਾਂਗੇ। ਹੁਣ ਇਹਨਾਂ ਪਹਿਲਾ ਕੰਮ ਇੱਥੇ ਇਹ ਕੀਤਾ, ਜਿਹੜਾ ਪੰਮਾ ਸੀ, ਪਰਮਾਨੰਦ, ਇਹਦਾ ਨਾਮ ਸਿੱਖਾ ਪੰਮਾ ਰੱਖਿਆ ਸੀ।
ਕਿਉਂਕਿ ਪਰਮਾਨੰਦ ਪਰਮੇਸ਼ਵਰ ਦਾ ਨਾਮ ਹੈ। ਸਿੱਖਾਂ ਕਿਹਾ ਸੀ ਵੀ ਤੇਰੇ ਨਾਮ ਦੇ ਮੁਤਾਬਕ ਤੇਰੇ ਕਰਮ ਨਹੀਂ ਹੈ, ਤੈਨੂੰ ਪੰਮਾ ਹੀ ਨਾਮ ਸੁਣਦੇ, ਪਰਮਾਨੰਦ ਤੇਰਾ ਨਾਮ ਚੰਗਾ ਨਹੀਂ ਲੱਗਦਾ। ਪੰਮਾ ਸੀ ਜਿਹੜਾ, ਇਹਨਾਂ ਪੰਮੇ ਨੂੰ ਪਹਾੜੀ ਅਜਮੇਰ ਚੰਦ ਵਰਗਿਆਂ ਨੇ ਸਲਾਹ ਕਰਕੇ ਇੱਕ ਗੱਲ ਆਖੀ, ਕਹਿਣ ਲੱਗੇ ਪੰਮਿਆਂ ਇਵੇਂ ਘੇਰਾ ਪਾਈ ਰੱਖਿਆ, ਗੱਲ ਨਹੀਂ ਬੰਨੀ, ਕਸਮ ਖਾਈਏ ਗੁਰੂ ਦੇ ਸਾਹਮਣੇ ਗਾਂ ਮਾਂ ਦੀ, ਤੇ ਫਿਰ ਆਪਾਂ ਗੁਰੂ ਤੋਂ ਕਿਵੇਂ ਨਾ ਕਿਵੇਂ ਆਨੰਦਗੜ੍ਹ ਸਾਹਿਬ ਦਾ ਕਿਲਾ ਖਾਲੀ ਕਰਵਾ ਲਈਏ। ਇਹਨਾਂ ਨੇ ਕਾਗਜ਼ ਦੇ ਟੁਕੜੇ ਤੇ ਗਾਂ ਦੇ ਗੋਬਰ ਦੇ ਨਾਲ ਥੋੜਾ ਬਾਲਾ ਕੁਝ ਲਿਖ ਕੇ ਤੇ ਕਿਲੇ ਦੇ ਬਾਹਰ ਇੱਕ ਗਾਂ ਬੰਨੀ ਤੇ ਅੰਦਰ ਇੱਕ ਸੁਨੇਹਾ, ਇੱਕ ਬੇਨਤੀ ਘੱਲੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ। ਕਹਿਣ ਲੱਗੇ ਸਤਿਗੁਰੂ ਤੁਸੀਂ ਸਭ ਦੀ ਪੱਤ ਢੱਕਦੇ ਹੋ, ਰਹਿਮਤ ਕਰੋ, 2 ਮਹੀਨੇ ਹੋ ਗਿਆ ਘੇਰਾ ਪਾਇਆ, ਸਾਡੀ ਕੋਈ ਬਸ ਨਹੀਂ ਚੱਲਦਾ, ਤੇ ਤੁਸੀਂ ਇੱਕ ਵਾਰ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿਓ, ਸਾਡੀ ਪੱਤ ਰਹਿ ਜਾਏਗੀ ਤੇ ਅਸੀਂ ਕਸਮ ਖਾਂਦੇ ਆ ਤੁਸੀਂ ਕੁਝ ਸਮੇਂ ਬਾਅਦ ਹੀ, ਕੁਝ ਦਿਨਾਂ ਬਾਅਦ, ਕੁਝ ਸਮੇਂ ਬਾਅਦ ਆ ਕੇ ਟਿਕਾਣਾ ਕਰ ਲਿਓ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਾਣਦੇ ਸਭ ਕੁਝ ਸੀ, ਇਹਦੇ ਵਿੱਚ ਕੋਈ ਦੋਰਾਵਾ ਨਹੀਂ, ਪਰ ਸਤਿਗੁਰੂ ਨੇ ਇੱਕ ਸਮੇਂ ਦੀ ਨਜਾਕਤ ਵੇਖਦਿਆਂ, ਤੁਸੀਂ ਗਾਂ ਇਤਿਹਾਸ ਵਾਚੋਗੇ, ਮਹਾਰਾਜ ਨੂੰ ਆਉਣ ਵਾਲਾ ਭਵਿੱਖ ਸਮੇਂ ਦੀ ਵਿਚਾਰ ਕਰਦਿਆਂ ਸਾਹਿਬ ਨੇ ਆਖਿਆ ਵੀ ਕੋਈ ਗੱਲ ਨਹੀਂ, ਅਸੀਂ ਖਾਲੀ ਕਰ ਦਿੰਨੇ ਆ ਤੁਹਾਡੀ ਬੇਨਤੀ ਮੰਨ ਕੇ। ਸਤਿਗੁਰੂ ਨੇ ਆਨੰਦਗੜ੍ਹ ਸਾਹਿਬ ਦਾ ਕਿਲਾ ਖਾਲੀ ਕਰ ਦਿੱਤਾ। ਗਏ ਕਿੱਥੇ? ਬਹੁਤ ਧਿਆਨ ਨਾਲ ਸੁਣਿਓ। ਆਨੰਦਪੁਰ ਸਾਹਿਬ ਤੋਂ 3 ਮੀਲ ਦੀ ਦੂਰੀ ਤੇ, 3 ਮੀਲ ਬਹੁਤਾ ਨਹੀਂ ਹੁੰਦਾ, 3 ਮੀਲ ਦੀ ਦੂਰੀ ਤੇ ਨਿਰਮੋਹੀ ਦਾ ਇੱਕ ਉੱਚੇ ਟਿੱਬੇ ਤੇ ਇੱਕ ਕੱਚੀ ਗੜੀ ਸੀ, ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਹੀ ਬਣਾਈ ਹੋਈ ਸੀ। ਉਹ ਟਿਕਾਣਾ ਸੀ, ਕੱਲ ਕਿਤੇ ਫੌਜਾਂ ਰੋਕਣ ਦਾ ਇੱਕ ਟਿਕਾਣਾ ਬਣਾਇਆ ਹੋਇਆ ਸੀ। ਸਤਿਗੁਰੂ 1702 ਵਿੱਚ ਆਨੰਦਗੜ੍ਹ ਸਾਹਿਬ ਦਾ ਕਿਲਾ ਖਾਲੀ ਕਰਕੇ ਸਿੱਖਾਂ ਸਮੇਤ ਨਿਰਮੋਹੀ ਹਜੇ ਚੰਗੀ ਤਰ੍ਹਾਂ ਪਹੁੰਚੇ ਵੀ ਨਹੀਂ, ਭਾਵ ਕੁਝ ਸਿੱਖ ਪਿਛਾਂ ਅਗਾਂਹ ਨੇ, ਇਹ ਉੱਚੀ ਟਿੱਬੇ ਤੇ ਸੀ। ਮੈਂ ਫਿਰ ਇੱਕ ਪਲ ਤੁਹਾਨੂੰ ਬੇਨਤੀ ਕਰਾਂ, ਇਤਿਹਾਸ ਦੇ ਪੰਨਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਹੋਵੇ, ਕਦੀ ਆਨੰਦਪੁਰ ਸਾਹਿਬ ਜਾਓ ਨਾ, ਖਾਸ ਕਰਕੇ ਉੱਥੇ ਆ ਇੱਕ ਗੱਲ ਅੱਜ ਵੀ ਤੁਸੀਂ ਪੁੱਛ ਕੇ ਤੇ ਦਰਸ਼ਨ ਕਰਕੇ ਆਇਓ, ਲੱਭ ਕੇ। ਇਹ ਕਿੱਥੇ ਹੈ ਨਿਰਮੋਹੀ? ਆਨੰਦਪੁਰ ਸਾਹਿਬ ਤੋਂ ਜਦੋਂ ਕੀਰਤਪੁਰ ਸਾਹਿਬ 7-8 ਕਿਲੋਮੀਟਰ ਦਾ ਪੰਧ ਹੈ, ਇਹਦੇ ਵਿਚਕਾਰ ਸਤਲੁਜ ਦੇ ਕੰਢੇ ਇਹ ਨਿਰਮੋਹੀ ਹੈ। ਸਤਿਗੁਰੂ ਨੇ ਇਹ ਆਪ ਬਣਾਇਆ ਸੀ। ਇੱਥੇ ਮਹਾਰਾਜ ਨੇ ਆ ਕੇ ਟਿਕਾਣਾ ਕੀਤਾ ਹੈ। ਹਾਲਾਂਕਿ ਕੁਝ ਸਿੱਖ ਅਜੇ ਪਹੁੰਚੇ ਵੀ ਨਹੀਂ ਸਾਰੇ ਚੰਗੀ ਤਰ੍ਹਾਂ, ਤੇ ਇਹਨਾਂ ਪਹਾੜੀਆਂ ਨੇ ਫਿਰ ਹਮਲਾ ਕਰ ਦਿੱਤਾ। ਕਹਿਲੂਰ ਦੇ ਬਾਦਸ਼ਾਹ ਨੇ ਜਦੋਂ ਹਮਲਾ ਕੀਤਾ ਤੇ ਗੁਰੂ ਕੇ ਸਿੱਖਾਂ ਨੇ ਫਿਰ ਇੱਥੇ ਚੰਗੀ ਤਰ੍ਹਾਂ ਹੱਥ ਵਿਖਾਏ, ਇਹਨਾਂ ਨੂੰ ਬਹੁਤੀ ਮਾਰ ਮਾਰੀ। ਜਦੋਂ ਇਹਨਾਂ ਦਾ ਫਿਰ ਨੁਕਸਾਨ ਹੋਇਆ, ਫਿਰ ਜਿਹੜਾ ਅਜਮੇਰ ਚੰਦ ਸੀ ਨਾ, ਇਹਨੇ ਇੱਕ ਬੜਾ ਉਪਰਾਲਾ ਕੀਤਾ। ਅਜਮੇਰ ਚੰਦ ਨੇ ਰਾਤੋਂ ਰਾਤ ਇੱਕ ਤੋਪ ਮੰਗਾਈ ਤੇ ਇੱਕ ਤੋਪਚੀ ਗੋਲਾ ਦਾਗਣ ਵਾਲਾ ਰਾਤੋਂ ਰਾਤ ਬੁਲਾ ਕੇ ਇਹਨੇ ਇੱਕ ਕੰਮ ਕੀਤਾ। ਕਹਿਣ ਲੱਗਿਆ ਵੀ ਤੂੰ ਇੱਕੋ ਹੀ ਕੰਮ ਕਰ ਦੇ, ਉਹ ਕੰਮ ਇਹ ਕਰ ਦੇ ਵੀ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਤੇਰਾ ਨਿਸ਼ਾਨਾ ਬੜਾ ਪੱਕਾ ਹੈ। ਇੱਕ ਨਿਸ਼ਾਨਾ ਜਦੋਂ ਦੀਵਾਨ ਸਜਿਆ ਹੋਇਆ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਤੇ ਤੂੰ ਗੁਰੂ ਤੇ ਇੱਕ ਨਿਸ਼ਾਨਾ ਦਾਗ ਦੀ ਗੋਲੇ ਦਾ, ਮੂੰਹ ਮੰਗਵਾ ਤੈਨੂੰ ਇਨਾਮ ਦਿਆਂਗਾ।
ਹੁਣ ਲਾਲਚ ਬਸ ਤੋਪਚੀ ਨੇ, ਇਹਨੇ ਰਾਤੋਂ ਰਾਤ ਤੋਪ ਮੰਗਾਈ, ਤੋਪਚੀ ਮੰਗਾਇਆ। ਸਵੇਰ ਦਿਨੇ ਜਦੋਂ ਦੀਵਾਨ ਸਜਿਆ, ਉਹਨੇ ਗੁਰੂ ਕਲਗੀਧਰ ਜੀ ਦਾ ਨਿਸ਼ਾਨਾ ਬਿੰਨ ਕੇ ਤੇ ਜਦੋਂ ਗੋਲਾ ਦਾਗਿਆ, ਤੇ ਜਿਹੜਾ ਸਿੱਖ ਚੌਰ ਸਾਹਿਬ ਕਰ ਰਿਹਾ ਸੀ ਨਾ ਗੁਰੂ ਕਲਗੀਧਰ ਜੀ ਨੂੰ, ਉਸ ਗੁਰੂ ਕੇ ਸਿੱਖ ਚੌਰ ਸਾਹਿਬ ਵਾਲੇ ਦੇ ਜਾਨ ਨਿਸ਼ਾਨਾ ਲੱਗਿਆ। ਜਦੋਂ ਸਾਹਮਣੇ ਹੋ ਗਿਆ, ਉਹ ਸ਼ਹੀਦੀ ਪਾ ਗਿਆ। ਸਤਿਗੁਰੂ ਨੇ ਉਨੀ ਬਹੁਤ ਕਾਹਲੀ ਨਾਲ ਮਿਆਨ ਵਿੱਚੋਂ ਸਤਿਗੁਰੂ ਨੇ ਕਿਰਪਾ ਕੀਤੀ, ਭੱਥੇ ਵਿੱਚੋਂ ਇੱਕ ਤੀਰ ਕੱਢਿਆ, ਇੱਕੋ ਤੀਰ ਮਾਰਿਆ, ਤੋਪਚੀ ਨੂੰ ਉੱਥੀ ਮੌਤ ਦੇ ਘਾਟ ਉਤਾਰਤਾ। ਇਧਰ ਗੁਰੂ ਕਾ ਸਿੱਖ ਵੀ ਸ਼ਹੀਦੀ ਪਾ ਗਿਆ। ਹੁਣ ਇਹ ਗੱਲ ਚੇਤਾ ਰੱਖਿਓ ਵੀ ਨਿਰਮੋਹੀ ਇੱਕ ਜੰਗ ਹੋਈ, ਤਕਰੀਬਨ 3 ਘੰਟੇ ਜੰਗ ਹੋਈ। ਇਸ ਜੰਗ ਵਿੱਚ ਬਹੁਤਾ ਭਾਰੀ ਨੁਕਸਾਨ ਪਹਾੜੀਆਂ ਦਾ ਹੋ ਗਿਆ। ਇੱਕ ਵਾਰ ਫਿਰ ਵਾਪਸ ਪਰਤ ਗਏ। ਫਿਰ ਤੁਹਾਨੂੰ ਬੇਨਤੀ ਕਰਾਂ ਵੀ 14 ਜੰਗ ਲੜੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ। 3 ਜੰਗ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭੰਗਾਣੀ ਦਾ, ਫਿਰ ਨਦੌਣ ਦਾ, ਹੁਸੈਣੀ ਦਾ, ਬਾਕੀ ਆ ਜੰਗ ਹੁਣ ਆਨੰਦਪੁਰ ਸਾਹਿਬ ਹੋ ਰਹੇ ਹੈ। ਤਾਂ ਕਰਕੇ ਇਹ ਉਹੀ ਜੰਗ ਨੇ ਜਿਨ੍ਹਾਂ ਵਿੱਚੋਂ ਇੱਕ ਜੰਗ ਨਿਰਮੋਹੀ ਦਾ ਵੀ ਜ਼ਿਕਰ ਆਉਂਦਾ ਹੈ। ਬੜੀ ਵੱਡੀ ਜੰਗ ਲੜੀ ਗਈ 3 ਘੰਟੇ। ਹੁਣ ਮਹਾਰਾਜ ਸਮੇਂ ਨੂੰ ਵੇਖਦਿਆਂ ਸਤਿਗੁਰੂ ਨੇ ਮਾਲਵੇ ਇਲਾਕੇ ਵਿੱਚ ਆਉਣਾ ਸੀ, ਭਾਗ ਲਾਉਣੇ ਸੀ। ਸਤਿਗੁਰੂ ਨਿਰਮੋਹੀ ਛੱਡ ਕੇ ਪਹਾੜੀਏ ਵਾਪਸ ਮੁੜ ਗਏ, ਬਸਾਲੀ ਜਾਂਦੇ ਐ। ਬਸਾਲੀ ਦਾ ਜਿਹੜਾ ਰਾਜਾ ਸੀ ਉਹ ਸ਼ਰਧਾਲੂ ਸੀ ਗੁਰੂ ਦਾ, ਤੇ ਮਹਾਰਾਜ ਨੇ ਵੀ ਇੱਕ ਹਿਸਾਬ ਲਾਇਆ ਵੀ ਇਹ ਲੋਕ ਹਮਲਾ ਤੇ ਹੁਣ ਵੀ ਕਰਨਗੇ, ਤੇ ਬਸਾਲੀ ਆਪਾਂ ਨੂੰ ਕੋਈ ਮੁਸ਼ਕਲ ਨਹੀਂ ਆਏਗੀ, ਉਹ ਸ਼ਰਧਾਲੂ ਹੈ, ਰਸਦ ਪਾਣੀ ਦੀ ਕਮੀ ਨਹੀਂ ਆਏਗੀ। ਨਿਰਮੋਹੀ ਛੱਡ ਕੇ ਇਹ ਸਤਲੁਜ ਦੇ ਪਾਸੇ ਹੈ, ਆਨੰਦਪੁਰ ਸਾਹਿਬ ਦੇ ਇਲਾਕੇ ਵਿੱਚ ਹੀ ਕਹਿ ਲਵੋ, ਬਸਾਲੀ ਆ ਗਏ ਮਹਾਰਾਜ। ਇਧਰ ਪਹਾੜੀਏ ਅਜਮੇਰ ਚੰਦ ਵਰਗੇ ਵਜ਼ੀਰ ਖਾਂ ਨਾਲ ਸਲਾਹ ਕਰਕੇ ਵਜ਼ੀਰ ਖਾਂ ਨੂੰ ਨਾਲ ਲੈ ਲਿਆ। ਹੁਣ ਸਰਹੰਦ ਦਾ ਵਜ਼ੀਰ ਖਾਂ ਵੀ ਔਰੰਗਜ਼ੇਬ ਦੇ ਕਹਿਣ ਤੇ ਨਾਲ ਆਇਆ, ਤੇ ਨਾਲ ਉਹਨੇ ਆ ਕੇ ਬਸਾਲੀ ਆ ਘੇਰਾ ਪਾਇਆ ਗੁਰੂ ਕਲਗੀਧਰ ਜੀ ਨੂੰ। ਇੱਥੇ ਫਿਰ ਇੱਕ ਜੰਗ ਹੋਈ। ਇਸ ਜੰਗ ਵਿੱਚ ਸਤਿਗੁਰੂ ਨੇ ਇੱਥੇ ਇੱਕ ਸਲਾਹ ਕੀਤੀ ਸੀ ਮਹਾਰਾਜ ਗੁਰੂ ਕਲਗੀਧਰ ਜੀ ਨੇ। ਇਹ ਜਿਹੜਾ ਸਮਾਂ ਨਾ ਬਹੁਤੇ ਲੰਮੇ ਵਕਤ ਦਾ ਨਹੀਂ, 1702 ਵਿੱਚ ਹੀ ਹੋ ਰਹੀਆਂ ਨੇ ਜੰਗਾਂ। ਮਹਾਰਾਜ ਨੇ ਸਿੱਖਾਂ ਨੂੰ ਇੱਕ ਗੱਲ ਆਖੀ ਵੀ ਪਹਾੜੀਏ ਕੁਝ ਸਮੇਂ ਬਾਅਦ ਹੀ ਘੜੀ ਮੁੜੀ ਵਾਪਸ ਆ ਜਾਂਦੇ ਐ, ਇਹਨਾਂ ਨੂੰ ਇੱਕੋ ਵਾਰ ਚੰਗੀ ਮਾਰ ਮਾਰੋ ਤਾਂ ਜੋ ਇਹਨਾਂ ਦਾ ਹੀਆ ਨਾ ਪਏ, ਫਿਰ ਛੇਤੀ ਕੀਤੇ ਹਾਂ। ਇਹ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਜਦੋਂ ਐਤਕੀ ਨਾ ਘੇਰਾ ਪਾਇਆ ਬਸਾਲੀ ਵਿੱਚ ਆ ਕੇ, ਤੇ ਗੁਰੂ ਕਲਗੀਧਰ ਮਹਾਰਾਜ ਜੀ ਦੇ ਸਿੱਖਾਂ ਨੇ ਬਹੁਤਾ ਇੱਕ ਤਕੜਾ ਹਮਲਾ ਕੀਤਾ। ਇੱਥੇ ਇੱਕ ਜੰਗ ਹੋਈ, ਜੰਗ ਵਿੱਚ ਇੰਨੀ ਮਾਰ ਮਾਰੀ, ਇੱਥੇ ਇੱਕ ਗੱਲ ਖਾਸ ਹੋ ਗਈ, ਉਹ ਇਹ ਹੋ ਗਈ ਜਿਹੜਾ ਅਜਮੇਰ ਚੰਦ ਸੀ ਨਾ, ਪਾਪੀ ਭੀਮ ਚੰਦ ਦਾ ਪੁੱਤ, ਉਹ ਗੁਰੂ ਕਲਗੀਧਰ ਜੀ ਦੀ ਅਧੀਨਗੀ ਕਬੂਲ ਲੈਂਦਾ ਹੈ। ਇਤਿਹਾਸ ਦੀਆਂ ਲੜੀਆਂ ਬਹੁਤ ਲੰਮੀਆਂ ਨੇ, ਮੈਨੂੰ ਗੱਲਾਂ ਚੇਤੇ ਆ ਜਾਂਦੀਆਂ। ਬਸਾਲੀ ਦੇ ਨਾਲ ਹੀ ਇੱਕ ਪਿੰਡ ਪੈਂਦਾ ਸੀ ਕਾਲਮੋਟ। ਅਜਮੇਰ ਚੰਦ ਨੇ ਕਾਲਮੋਟ ਦੇ ਲੋਕਾਂ ਨੂੰ ਵੀ ਇਹ ਗੱਲ ਕਹਿ ਕੇ ਵੀ ਤੁਸੀਂ ਸਾਡਾ ਸਾਥ ਦਿਓ, ਜੇ ਸਾਥ ਨਾ ਦਿੱਤਾ ਤੇ
ਤੁਰਕ ਤੁਹਾਨੂੰ ਉਜਾੜ ਦੇਣਗੇ। ਕਾਲ ਮੋਟ ਦੇ ਲੋਕਾਂ ਵੀ ਨਾਲ ਸਾਥ ਦੇ ਦਿੱਤਾ ਪਹਾੜੀਆਂ ਦਾ ਤੇ ਵਜ਼ੀਰ ਖਾਂ ਪਾਪੀ ਦਾ। ਜਦੋਂ ਸਿੱਖਾਂ ਨੇ ਬਹੁਤੇ ਕਰੜੇ ਹੱਥ ਵਿਖਾਏ, ਫਿਰ ਜਿਹੜਾ ਕਾਲ ਮੋਟ ਦੇ ਲੋਕ ਸਨ ਤੇ ਅਜਮੇਰ ਚੰਦ, ਇਹਨਾਂ ਸਾਰਿਆਂ ਨੇ ਗੁਰੂ ਕੀ ਅਧੀਨਗੀ ਕਬੂਲ ਲਈ, ਈਨ ਮੰਨ ਲਈ। ਸਾਨੂੰ ਬਖਸ਼ ਦਿਓ। ਗੁਰੂ ਦਾ ਸੁਭਾਅ ਵੇਖੋ ਕਿਹੋ ਜਿਹਾ। ਅਜਮੇਰ ਚੰਦ ਰੱਜ ਕੇ ਪਾਪੀ ਹੈ, ਕਿੰਨੀਆਂ ਜੰਗਾਂ ਕੀਤੀਆਂ, ਗੁਰੂ ਤੋਂ ਭੁੱਲ ਬਖਸ਼ਾਈ ਮਹਾਰਾਜ ਨੇ ਇਹਨੂੰ ਫਿਰ ਵੀ ਬਖਸ਼ਤਾ। ਗੁਰੂ ਦਾ ਸੁਭਾਅ ਇੰਨਾ ਬਖਸ਼ੰਦ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਹੁਣ ਐਤਕੀ ਇਹਨਾਂ ਨੂੰ ਜਦੋਂ ਮਾਰ ਪਈ ਤੇ ਇਹ ਇੱਕ ਵਾਰ ਬਿਲਕੁਲ ਵਾਪਸ ਪਰਤ ਗਏ। ਤੇ ਵਜ਼ੀਰ ਖਾਂ ਵੀ ਐਤਕੀ ਪਹਿਲੀ ਵਾਰ ਆਇਆ ਸੀ ਆਪ ਖੁਦ, ਉਹਨੇ ਵੀ ਇੱਕ ਅੰਦਾਜ਼ਾ ਲਾ ਲਿਆ ਵੀ ਜਿਵੇਂ ਪਹਾੜੀ ਇਹ ਸੋਚਦੇ ਆ ਨਾ ਵੀ ਛੇਤੀ ਕੀਤਿਆਂ ਗੁਰੂ ਤੇ ਅਸੀਂ ਕਬਜ਼ਾ ਕਰ ਲਵਾਂਗੇ ਜਾਂ ਅਸੀਂ ਹਮਲਾ ਕਰਕੇ ਤੇ ਅਧੀਨਗੀ ਕਬੂਲ ਲੈਣਗੇ ਸਾਡੀ, ਇਹ ਮੁਸ਼ਕਲ ਹੈ। ਇਵੇਂ ਗੁਰੂ ਤੇ ਕਬਜ਼ਾ ਨਹੀਂ ਹੋ ਸਕਦਾ। ਬਹੁਤਾ ਕੋਈ ਵੱਡਾ ਹੀ ਜੰਗ ਲੜਨਾ ਪਏਗਾ ਜਾਂ ਫਿਰ ਕਿਤੇ ਗੱਲ ਬਣੇ ਤੇ ਹੋ ਸਕਦਾ ਕੋਈ ਗੱਲ ਬਣ ਜਾਏ। ਹੁਣ ਸਤਿਗੁਰੂ ਨੂੰ ਵੀ ਇੱਥੇ ਥੋੜਾ ਜਿਹਾ ਵਕਤ ਮਿਲ ਗਿਆ। ਮਹਾਰਾਜ ਨੇ ਰਹਿਮਤ ਕੀਤੀ। ਸਤਿਗੁਰੂ ਇੱਥੋਂ ਕੁਰੂਕਸ਼ੇਤਰ ਦੀ ਧਰਤੀ ਤੇ ਗਏ। ਬਹੁਤ ਧਿਆਨ ਨਾਲ ਸੁਣੋ। ਬਸਾਲੀ ਤੋਂ ਵੇਖੋ ਆਨੰਦਪੁਰ ਸਾਹਿਬ ਛੱਡਿਆ ਹੋਇਆ ਮਹਾਰਾਜ ਨੇ ਕਿਹਾ। ਸਤਿਗੁਰੂ ਇੱਥੋਂ ਸਿੱਖਾਂ ਨੂੰ ਨਾਲ ਲੈ ਕੇ ਕੁਰੂਕਸ਼ੇਤਰ ਦੀ ਧਰਤੀ ਤੇ ਜਿਹੜਾ ਸਾਲ ਬਾਅਦ ਮੇਲਾ ਲੱਗਦਾ ਹੈ, ਉੱਥੇ ਲੋਕਾਂ ਦਾ ਇਕੱਠ ਹੋਣਾ ਸੀ। ਤੇ ਕੁਰੂਕਸ਼ੇਤਰ ਤੁਹਾਨੂੰ ਪਤਾ ਹੈ ਵੀ ਗੁਰੂ ਨਾਨਕ ਸਾਹਿਬ ਵੀ ਆਏ ਸਨ, ਪੰਡਤ ਦਾ ਹੰਕਾਰ ਤੋੜਿਆ ਸੀ। ਮਹਾਰਾਜ ਵੀ ਉੱਥੇ ਮਨੁੱਖਤਾ ਦੇ ਭਲੇ ਲਈ ਉਹਨਾਂ ਨੂੰ ਧਰਮ ਦੀ ਗੱਲ ਸਮਝਾਉਣ ਵਾਸਤੇ ਕੁਰੂਕਸ਼ੇਤਰ ਦੀ ਧਰਤੀ ਤੇ ਗਏ ਤੇ ਉੱਥੋਂ ਮੇਲੇ ਵਿੱਚ ਹੋਏ ਲੋਕਾਂ ਦੇ ਇਕੱਠ ਵਿੱਚ ਲੋਕਾਂ ਨੂੰ ਧਰਮ ਦੀ ਅਸਲੀ ਪਰਿਭਾਸ਼ਾ ਸਮਝਾਈ, ਬਖਸ਼ਿਸ਼ਾਂ ਕੀਤੀਆਂ। ਇੱਥੋਂ ਮਹਾਰਾਜ ਜਾਂਦੇ ਆ ਲੱਖੀ ਜੰਗਲ। ਹੁਣ ਆਹ ਗੱਲ ਵੀ ਤੁਸੀਂ ਧਿਆਨ ਨਾਲ ਸੁਣ ਲਿਓ। ਅੱਜ ਹੈ ਨਾ ਜਿਹੜਾ ਲੱਖੀ ਜੰਗਲ, ਅੱਜ ਅਸੀਂ ਕਹਿੰਦੇ ਆ ਗੋਨਿਆਣੇ ਦੇ ਲਾਗੇ ਕੋ ਥੋੜਾ ਜਿਹਾ ਏਰੀਆ ਸੀ, ਆਖਨੇ ਇਹ ਲੱਖੀ ਜੰਗਲ ਹੈ। ਅਸਲ ਵਿੱਚ ਲੱਖੀ ਜੰਗਲ ਹੈ ਕਿ ਸਤਲੁਜ ਤੋਂ ਲੈ ਕੇ 80 ਕਿਲੋਮੀਟਰ ਲੰਮਾ ਪੈਂਦਾ ਸੀ ਜਿਹੜਾ ਬਠਿੰਡੇ ਤੱਕ, ਸਤਲੁਜ ਤੋਂ ਲੈ ਕੇ 25 ਕਿਲੋਮੀਟਰ ਚੌੜਾ ਤੇ 80 ਕਿਲੋਮੀਟਰ ਲੰਮਾ ਜਿਹੜਾ ਇਲਾਕਾ, ਜਿਹੜਾ ਏਰੀਆ ਸੀ ਨਾ ਸਾਰਾ, ਇਹ ਲੱਖੀ ਜੰਗਲ ਕਿਹਾ ਜਾਂਦਾ ਸੀ ਸਿੱਖ ਧਰਮ ਦੇ ਅੰਦਰ। ਕਿਉਂ? ਕਿਉਂਕਿ ਇੱਥੇ ਬਹੁਤੇ ਜੰਗਲੀ ਏਰੀਆ ਸੀ ਤੇ ਗੁਰੂ ਕੇ ਸਿੱਖਾਂ ਨੇ ਬੜੇ ਵਾਰੀ ਪਨਾਹ ਲਈ ਸੀ ਇੱਥੇ। ਵੈਸੇ ਤੇ ਮੈਂ ਇੱਕ ਦਿਨ ਅਰਜ਼ ਸ਼ਾਇਦ ਕੀਤੀ ਹੋਵੇ, 3 ਸ਼ਬਦ ਹੈ ਪੰਜਾਬ ਦੀ ਧਰਤੀ ਤੇ, ਤੁਸੀਂ ਅੱਜ ਵੀ ਚੇਤਾ ਰੱਖਿਓ। ਮਾਝਾ, ਮਾਲਵਾ, ਦੁਆਬਾ। ਦੁਆਬੇ ਦੇ ਅੱਖਰੀ ਅਰਥ ਨੇ ਦੋ ਆਬ, ਜਿੱਥੋਂ ਦੀ ਪਾਣੀ ਦੇ 2 ਦਰਿਆ ਵਗਦੇ ਹੈ। ਮਾਝੇ ਦੇ ਅੱਖਰੀ ਅਰਥ ਨੇ ਵਿਚਕਾਰ, ਵਿਚਕਾਰਲਾ ਹਿੱਸਾ, ਕਿਉਂਕਿ ਜਿਹੜਾ ਮਾਝਾ ਹੈ ਉਹ ਵਿਚਕਾਰ ਹੈ ਦੁਆਬੇ ਦੇ ਤੇ ਮਾਲਵੇ ਦੇ। ਮਾਲਵੇ ਦੇ ਅੱਖਰੀ ਅਰਥ ਹੀ ਜੰਗਲ ਨੇ। ਮਹਾਨ ਕੋਸ਼ ਵਿੱਚੋਂ ਕਦੀ ਪੜੋ ਕਾਹਨ ਸਿੰਘ ਨਾਭਾ ਨੂੰ, ਮਾਲਵੇ ਦਾ ਅੱਖਰੀ ਅਰਥ ਹੁੰਦਾ ਜੰਗਲ। ਆਹ ਜਿਹੜਾ ਏਰੀਆ ਹੈ ਮਾਲਵੇ ਦਾ, ਲੁਧਿਆਣੇ ਤੋਂ ਲੈ ਕੇ ਉਹ ਗੰਗਾ ਨਗਰ ਤੱਕ ਸਾਰਾ ਜਿੰਨਾ ਏਰੀਆ ਮਾਲਵਾ, ਇਹ ਪਹਿਲਾਂ ਜੰਗਲੀ ਹੁੰਦਾ ਸੀ, ਇਹ ਵਸੋਂ ਨਹੀਂ ਸੀ ਪਹਿਲਾਂ ਇੱਥੇ। ਹਾਂ, ਸਮੇਂ ਦੇ ਨਾਲ ਹੌਲੀ ਹੌਲੀ ਲੋਕਾਂ ਦੀ ਵਸੋਂ ਬਣ ਗਈ ਤੇ ਅੱਜ ਇਹ ਆਬਾਦ ਹੋ ਗਿਆ। ਇਹ ਜੰਗਲ ਸੀ ਅਸਲ ਵਿੱਚ। ਮਾਲਵੇ ਦੇ ਅਰਥ ਹੀ ਜੰਗਲ ਨੇ। ਤੇ ਜਿਹੜਾ ਲੱਖੀ ਜੰਗਲ ਹੈ, ਇਹਨੇ ਗੁਰੂ ਦਾ ਸਾਥ ਬਹੁਤ ਦਿੱਤਾ ਸੀ। ਇੱਥੇ ਗੁਰੂ ਕੇ ਸਿੱਖ ਰਹਿੰਦੇ ਸਨ, ਸ਼ਰਧਾਲੂ। ਇਹ ਸਾਨੂੰ ਅੱਜ ਨਹੀਂ ਚੇਤੇ, ਪਰ ਯਾਦ ਰੱਖਣ ਵਾਲੀ ਗੱਲ ਹੈ। ਮਾਲਵੇ ਦੇ ਇਲਾਕੇ ਦੇ ਸਿੱਖਾਂ ਨੇ
ਗੁਰੂ ਦਾ ਬਹੁਤ ਸਾਥ ਦਿੱਤਾ। ਪਹਿਲੀ ਵਾਰ ਜਦੋਂ ਅੰਮ੍ਰਿਤ ਸੰਚਾਰ ਹੋਇਆ ਵਿਸਾਖੀ 1699 ਈਸਵੀ, ਮਾਲਵੇ ਦੇ ਇਲਾਕੇ ਦੇ ਬਹੁਤੇ ਸਿੱਖ ਨੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਸੀ। ਹੁਣ ਮਹਾਰਾਜ ਨੇ ਇੱਕ ਬਖਸ਼ਿਸ਼ ਕੀਤੀ। ਬਸਾਲੀ ਤੋਂ ਚੱਲ ਕੇ ਕੁਰੂਕਸ਼ੇਤਰ ਤੋਂ ਫਿਰ ਸਤਿਗੁਰੂ ਲੱਖੀ ਜੰਗਲ ਵਿੱਚ ਵਿਚਰਦੇ ਐ। ਕਈ ਥਾਵਾਂ ਤੇ ਇਲਾਕਿਆਂ ਵਿੱਚ ਹੁੰਦਿਆਂ ਥਾਂ ਤੇ ਸਿੱਖਾਂ ਨੂੰ ਮਹਾਰਾਜ ਰੱਬੀ ਨਾਮ ਨਾਲ ਜੋੜਦਿਆਂ ਤੇ ਇੱਕ ਕੰਮ ਸਾਹਿਬ ਹੋਰ ਕਰਦੇ ਰਹੇ, ਅੰਮ੍ਰਿਤ ਦੀ ਦਾਤ ਬਖਸ਼ਦੇ ਰਹੇ ਨਾਲ। ਵੇਖੋ ਪਹਿਲਾ ਅੰਮ੍ਰਿਤ ਸੰਚਾਰ ਵਿਸਾਖੀ 1699 ਈਸਵੀ ਨੂੰ ਹੋਇਆ। ਉਹ ਤੋਂ ਬਾਅਦ ਵੀ ਕਈ ਵਾਰ ਅੰਮ੍ਰਿਤ ਸੰਚਾਰ ਹੋਏ ਤੇ ਸੰਗਤਾਂ ਗੁਰੂ ਕੇ ਅੰਮ੍ਰਿਤ ਦੀ ਦਾਤ ਲੈ ਕੇ ਸੁਭਾਗੇ ਬਣਦੇ ਨੇ। ਅੱਜ ਤੇ ਅਸੀਂ ਗੁਰੂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੈ, ਪਰ ਉਦੋਂ ਸਿੱਖ ਅਜਿਹੇ ਨਹੀਂ ਸੀ। ਖੈਰ ਮਹਾਰਾਜ ਵਾਪਸ ਪਰਤਦਿਆਂ ਤੇ ਗੁਰੂ ਕਲਗੀਧਰ ਮਹਾਰਾਜ ਚਮਕੌਰ ਦੀ ਗੜੀ ਦੇ ਇਲਾਕੇ ਵਿੱਚ ਆਏ ਹੈ। ਜਿਹੜੀ ਚਮਕੌਰ ਦੀ ਗੜੀ ਵਿੱਚ ਸਤਿਗੁਰੂ ਨੇ ਬਾਅਦ ਵਿੱਚ ਆਉਣਾ ਨਾ, ਸਤਿਗੁਰੂ ਇੱਥੇ ਪਹਿਲਾਂ ਵੀ ਫੇਰਾ ਪਾ ਕੇ ਗਏ ਹੈ। ਤਾਂ ਹੀ ਅੱਲਾ ਯਾਰ ਖਾਨ ਜੋਗੀ ਦੇ ਬਚਨ ਨੇ ਕਿ ਜਦੋਂ ਸਤਿਗੁਰੂ ਮਹਾਰਾਜ ਦੁਬਾਰਾ ਪੱਕੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਆਉਣਗੇ, ਸਰਸਾ ਵਿੱਚ ਦੀ ਵਿਚਰਦਿਆਂ ਤੇ ਗੜੀ ਵਿੱਚ ਪਹੁੰਚੇ ਸਨ ਤੇ ਸਤਿਗੁਰੂ ਰਾਤ ਦੇ ਸਮੇਂ ਟਹਿਲ ਰਹੇ ਹੈ। ਤੇ ਸਿੱਖਾਂ ਇੱਕ ਗੱਲ ਆਖੀ ਸੀ, ਕਹਿਣ ਲੱਗੇ ਮਹਾਰਾਜ ਨੀਂਦਰ ਨਹੀਂ ਆਉਂਦੀ? ਸਾਹਿਬ ਕਹਿਣ ਲੱਗੇ ਨਹੀਂ। ਪੁੱਛਿਆ ਮਹਾਰਾਜ ਸਾਹਿਬਜ਼ਾਦੇ ਚੇਤਾ ਆਉਂਦੇ ਨੇ? ਸਾਹਿਬ ਕਹਿਣ ਲੱਗੇ ਨਹੀਂ, ਮਾਂ ਚੇਤੇ ਆਉਂਦੀ ਹੈ, ਨਹੀਂ ਬਾਪ ਚੇਤੇ ਆਉਂਦਾ, ਨਹੀਂ। ਫਿਰ ਕਹਿਣ ਲੱਗੇ ਮਹਾਰਾਜ ਕੁਝ ਘੜੀਆਂ ਆਰਾਮ ਕਿਉਂ ਨਹੀਂ ਕਰਦੇ? ਅੱਲਾ ਯਾਰ ਖਾਨ ਜੋਗੀ ਦੇ ਬਚਨ ਨੇ, ਕਹਿਣ ਲੱਗੇ ਗੁਰੂ ਨੇ ਇੱਕ ਬਚਨ ਆਖਿਆ ਸੀ, जिस खित्ते पे हम कहते थे आना जे वही है, कल जहां से उजड़ कर जाना जे वही है। कहन लगे असी उस खित्ते विच अज दोबारा आए हैं जिथे असी पहला भी फेरा पा के गए हैं। गुरु इथों पहला भी आया ते जदों महाराज इत्थे चमकौर दी गढ़ी दे इलाके विच आए, लंघ रहे ने रब्बी बाणी का प्रचार प्रसार करदियां ते मुगलों ने इत्थे एक हमला कीता सी। वो हमला करन वालियां विच एक सैद बेग, एक अल्फ खां, इन्हां दोनां हमला कीता। सतगुरु दे सिखां ने ये रोपड़ दे इलाके विच होया सी। यूं कह लो भी साहब दे तुरदे ही हमला कीता सी। इन्हां सामणेओ भी गुरु नूं इत्थे शायद किवें मार मुकाईए। जदों हमला कीता साहब ने मुकाबला सिखां कीता ते इत्थे जिहड़ा सैद बेग सी ना, इन्हें गुरु की रहमत जान के हथियार सुट के एक गल आखी, कहन लगे ए ते खुदा है। ओ भलिओ मैं ते भुलिया भटकिया औरंगजेब दे बस पै के इवें जीवन बर्बाद करदा रहा। खुदा ते हमला करन दी बजाय खुदा दी शरण चले जाना चाहिए। सैद बेग हथियार सुट के गुरु चरना विच आ गया सी। बाद विच ए साहब दे नाल रहा, लम्मा समा इन्हें सेवा निभाई। गल्लां बहुत ने। ए सैद बेग ओ नहीं जिहड़ा पीर बुद्धू शाह दा साला है, वो बाद विच आएगा, क्योंकि कई नाम मुगलों विच भी एक दूजियां दे रलदे ने। ਉਹਦਾ नाम भी सैद खां सी, पर यह वो नहीं है, ये वखरा है। तुहानूं फिर बेनती कवां भी जदों सतगुरु ते हमला करना हुंदे सी ना, ये मुगलों दे जरनैल एक नहीं जिहड़ा नसीरां दा भरा सी, कई मुगलों दे जरनैल सन जिन्हां हथियार सुट के गुरु दी शरण ले लई सी, गुरु दी रहमत जान के। इत्थे महाराज फिर वापस 1702 दे अखीर ते बिल्कुल आनंदपुर साहिब पहुंचदे है। हुण तुसीं ध्यान विच एक बार फिर कर लियो,
2 ਮਹੀਨੇ ਦਾ ਘੇਰਾ ਪਾਇਆ ਸੀ ਇਹਨਾਂ। ਪਹਿਲਾਂ ਹਾਥੀ ਚਾੜ ਕੇ ਲੈ ਕੇ ਆਏ, ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ। ਫਿਰ ਇਹਨਾਂ 2 ਮਹੀਨੇ ਘੇਰਾ ਪਾਇਆ, ਫਿਰ ਕਸਮ ਖਾਧੀ। ਸਤਿਗੁਰੂ ਨਿਰਮੋਹੀ ਗਏ, ਨਿਰਮੋਹੀ ਦਾ ਜੰਗ ਜਿੱਤਿਆ। ਬਸਾਲੀ ਗਏ, ਬਸਾਲੀ ਦਾ ਜੰਗ ਜਿੱਤਿਆ। ਕੁਰੂਕਸ਼ੇਤਰ ਤੇ ਲੱਖੀ ਜੰਗਲ ਹੋ ਕੇ ਸਤਿਗੁਰੂ ਨੇ ਪਵਿੱਤਰ ਬਾਣੀ ਧਰਮ ਦਾ ਉਪਦੇਸ਼ ਦਿੰਦਿਆਂ ਦਿੰਦਿਆਂ ਰੋਪੜ ਚਮਕੌਰ ਗੜੀ ਹੋ ਕੇ ਆਖਰ ਆਨੰਦਪੁਰ ਸਾਹਿਬ ਫਿਰ ਪਹੁੰਚ ਗਏ। ਹੁਣ ਫਿਰ ਸਤਿਗੁਰੂ ਦਾ ਟਿਕਾਣਾ ਉਹ ਆਨੰਦਗੜ੍ਹ ਸਾਹਿਬ ਦੇ ਕਿਲੇ ਵਿੱਚ ਹੈ। ਅਗਾਂ ਆਪਾਂ ਕੱਲ ਰੋਜ਼ ਵਿਚਾਰਾਂਗੇ। ਫਿਰ ਇਹ ਹਮਲਾ ਕਰਨਗੇ ਰਲ ਮਿਲ ਕੇ, ਉਹ ਲੜੀ ਹੈ। ਮੈਂ ਫਿਰ ਇੱਕ ਬੇਨਤੀ ਕਹਿ ਦਿਆਂ ਵੀ ਇਹ ਜਿਹੜਾ ਇਤਿਹਾਸ ਹੈ ਨਾ, ਜੇ ਅਸੀਂ ਟੁੱਟਵਾਂ ਸੁਣੀਏ ਕਈ ਵਾਰੀ, ਖਿਮਾ ਕਰਿਓ, ਨਹੀਂ ਪੱਲੇ ਪੈਂਦਾ। ਮੈਨੂੰ ਪਤਾ ਇਸ ਗੱਲ ਦਾ ਚੰਗੀ ਤਰ੍ਹਾਂ ਵੀ ਜਿਹੜੇ ਬਾਣੀ ਇਤਿਹਾਸ ਨੂੰ ਬਹੁਤਾ ਧਿਆਨ ਨਾਲ ਨਹੀਂ ਸੁਣਦੇ, ਸੋਚਦੇ ਵੀ ਹੋਣਗੇ ਵੀ ਇਹ ਪਤਾ ਨਹੀਂ ਕੀ ਕਹਾਣੀ ਚੱਲ ਰਹੀ ਹੈ। ਪਰ ਮੈਂ ਇਹ ਵੀ ਬੇਨਤੀ ਨਾਲ ਨਾਲ ਕਹਿ ਦਿਆਂ, ਤੁਸੀਂ ਭਾਵਨਾ ਵਾਲੇ ਹੋ। ਜੇ ਕਿਸੇ ਨੂੰ ਕੋਈ ਗੱਲ ਨਾ ਸਮਝ ਆਏ, ਤੁਸੀਂ ਪੁੱਛ ਸਕਦੇ ਹੋ, ਜਿੰਨੀ ਕੋ ਗੁਰੂ ਨੇ ਸਮੱਤ ਦਿੱਤੀ ਹੈ। ਕਿਉਂਕਿ ਸਾਨੂੰ ਇਹ ਇਤਿਹਾਸ ਪਤਾ ਲੱਗ ਸਕੇ ਜਿਹਨੂੰ ਅਸੀਂ ਵਿਸਾਰੀ ਜਾ ਰਹੇ ਹਾਂ। ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।